ਪਹਿਲਾਂ ਇੱਕ ਫਾਰਮਰ ਕੋਲ ਇੱਕ ਡੋਂਕੀ ਹੁੰਦਾ ਸੀ। ਇਸ ਡੋਂਕੀ ਨੇ ਕਈ ਸਾਲ ਕੰਮ ਕੀਤਾ ਫਾਰਮਰ ਦੇ ਕੋਲ, ਕਣਕ ਦੀਆਂ ਬੋਰੀਆਂ ਲੱਦ ਕੇ। ਉਮਰ ਹੁੰਦੇ ਹੁੰਦੇ ਡੋਂਕੀ ਦੀ ਤਾਕਤ ਘੱਟ ਹੋ ਚੁੱਕੀ ਸੀ। ਜਦੋਂ ਉਹਨੂੰ ਅਹਿਸਾਸ ਹੋਇਆ ਕਿ ਹੁਣ ਬੋਰੀਆਂ ਨਹੀਂ ਚੁੱਕੀਆਂ ਜਾਣਗੀਆਂ, ਉਹ ਫਾਰਮ ਛੱਡ ਕੇ ਨਿਕਲ ਗਿਆ ਸਵੇਰੇ। ਹੁਣ ਤਾਕਤ ਤਾਂ ਨਹੀਂ ਮੇਰੇ 'ਚ, ਪਰ ਮੇਰੀ ਸੁਰੀਲੀ ਆਵਾਜ਼ ਤਾਂ ਹੈ। ਕਿਉਂ ਨਾ ਮੈਂ ਬਰਮਨ ਜਾ ਕੇ ਉੱਥੇ ਗਾਣੇ ਗਾ ਕੇ ਪੈਸੇ ਕਮਾਵਾਂ। ਰਸਤੇ ਵਿੱਚ ਉਹਨੂੰ ਸੁੱਤਾ ਹੋਇਆ ਇੱਕ ਹਾਊਂਡ ਡੌਗ ਮਿਲਿਆ। ਇਹਦਾ ਰਾਸਤੇ 'ਚ ਕਿਉਂ ਸੋ ਰਿਹਾ ਹੈ ਭਾਈ? मैं एक खून डॉग हाँ। उम्र बड़ी तो स्पीड घट हो गई। हुण मैं अपने मालिक नाल शिकार ते नहीं जांदा। फिर क्यों ना तू मेरे नाल चल। मैं बर्मन जा रहा सिंगर बनन, मेरा बैंड ज्वाइन कर ले तू। मैं मैंडोलिन बजावांगा ते तू ड्रम बजाई। ਹਾਊਂਡ ਡੌਗ ਨੂੰ ਇਹ ਪਲਾਨ ਚੰਗਾ ਲੱਗਿਆ ਅਤੇ ਉਹ ਡੋਂਕੀ ਦੇ ਨਾਲ ਤੁਰ ਪਿਆ। ਥੋੜੀ ਦੂਰ ਜਾਂਦੇ ਹੀ ਉਹਨਾਂ ਨੂੰ ਇੱਕ ਘਰ ਦੀ ਛੱਤ ਤੇ ਇੱਕ ਬਿੱਲੀ ਬੈਠੀ ਮਿਲੀ। ਉਹ ਬੜੀ ਉਦਾਸ ਲੱਗ ਰਹੀ ਸੀ। ਕੀ ਗੱਲ ਹੈ ਬਿੱਲੀ ਰਾਣੀ, ਦੁਖੀ ਆਤਮਾ ਲੱਗ ਰਹੀ ਹੈ, ਕੀ ਹੋਇਆ? ਹੁਣ ਬੁੱਢੀ ਹੋ ਗਈ ਹਾਂ ਮੈਂ। ਹੁਣ ਨਾ ਤਾਂ ਤੇਜ਼ ਭਜਿਆ ਜਾਂਦਾ ਹੈ, ਨਾ ਦੰਦਾਂ ਨਾਲ ਕਟਿਆ ਜਾਂਦਾ ਹੈ। ਚੂਹੇ ਫੜਨੇ ਛੱਡ ਕੇ ਮੈਂ ਫਾਇਰ ਪਲੇਸ ਤੇ ਅੱਗ ਸੇਕਦੀ ਰਹਿੰਦੀ ਹਾਂ, ਢਿੱਲੀ ਜਿਹੀ ਹੋ ਕੇ। ਫਿਰ ਤਾਂ ਤੈਨੂੰ ਆਉਣਾ ਚਾਹੀਦਾ ਸਾਡੇ ਨਾਲ। ਤੁਹਾਡੇ ਨਾਲ? ਤੁਸੀਂ ਜਾ ਕਿੱਥੇ ਰਹੇ ਹੋ? परमन उत्थे साडा एक बैंड होवेगा, असी म्यूजिक वाले हाँ। ਬਿੱਲੀ ਜਨਰਲੀ ਚੰਗੇ ਮਿਊਜ਼ੀਸ਼ੀਅਨਸ ਹੁੰਦੇ ਨੇ, ਤੂੰ ਹਾਰਮੋਨੀਕਾ ਵਜਾ ਬੈਂਡ 'ਚ। ਇਹ ਸੁਣਦੇ ਹੀ ਬਿੱਲੀ ਨੇ ਛਾਲ ਮਾਰੀ ਤੇ ਬੈਂਡ ਜੁਆਇਨ ਕਰ ਲਿੱਤਾ। ਇਹਨਾਂ ਦੀ ਤਿਗੜੀ ਇੱਕ ਫਾਨ ਵਿੱਚੋਂ ਲੰਘ ਰਹੀ ਸੀ। ਉਹਨਾਂ ਨੂੰ ਉੱਥੇ ਕੁੱਕੜ ਦਿਸਿਆ, ਜਿਹੜਾ ਖੰਭੇ ਤੇ ਬੈਠਾ ਕੁੱਕੜ ਕੂ ਕਰ ਰਿਹਾ ਸੀ। ਕੁੱਕੜ ਜੀ, ਦੁਪਹਿਰ ਹੋ ਗਈ ਹੈ, ਅੱਜ ਸਵੇਰੇ ਅਲਾਰਮ ਨਹੀਂ ਵੱਜਿਆ ਸੀ ਕਿਆ? कल संडे है ते मेरे मालिक ने कुछ दोस्तों को खाने ते बुलाया है ते वो मेरा चिकन तंदूरी बना के खाण वाले हैं। ता इत्थे अटके क्यों? भज क्यों नहीं जांदे? मैं जावां भी ते कित्थे जावां? अज लास्ट डे है मेरा ते सोचा जी भर के कुकड़ू कू कर ला। बस कर हाँ, अपनी आवाज ऐदा ना खर्च कर। साडे नाल बर्मन चल, ਅਸੀਂ ਇੱਕ ਬੈਂਡ ਬਣਾ ਰਹੇ ਹਾਂ ਤੇ ਤੇਰੀ ਸਟਰੋਂਗ ਆਵਾਜ਼ ਪਸੰਦ ਆਈ ਮੈਨੂੰ। ਕੁੱਕੜ ਨੂੰ ਇਹ ਪਲਾਨ ਚੰਗਾ ਲੱਗਿਆ ਅਤੇ ਉਹ ਉੱਡ ਕੇ ਉਹਨਾਂ ਨਾਲ ਤੁਰ ਪਿਆ। ਮੂਰੇ ਬਾਕੀ ਤਿੰਨ, ਮਗਰ ਕੁੱਕੜ। ਅੱਜ ਰਾਤ ਅਸੀਂ ਆਜ਼ਾਦੀ ਨਾਲ ਸੋਵਾਂਗੇ। ਜਦੋਂ ਉਠਾਂਗੇ ਇੱਕ ਨਵਾਂ ਕੱਲ ਤਿਆਰ ਹੋਗਾ ਸਾਡੇ ਲਈ। ਸੌਣ ਤੋਂ ਪਹਿਲਾਂ ਕੁੱਕੜ ਉਛਲਦੇ ਕੂਦਦੇ ਪੇੜ ਤੇ ਚੜ ਗਿਆ ਅਤੇ ਉੱਥੋਂ ਕੁਝ ਵੇਖਿਆ। ਮੈਨੂੰ ਇੱਥੇ ਰੌਸ਼ਨੀ ਨਜ਼ਰ ਆ ਰਹੀ ਹੈ, ਲੱਗਦਾ ਕੋਲ ਹੀ ਕੋਈ ਘਰ ਹੈ। ਤਾਂ ਕਿਉਂ ਨਾ ਉੱਥੇ ਚੱਲੀਏ ਆਪਾਂ? ਮੈਨੂੰ ਏਦਾਂ ਜੰਗਲ ਵਿੱਚ ਸੌਣ ਦੀ ਆਦਤ ਨਹੀਂ ਹੈ। ਹਾਂ, ਉੱਥੇ ਸ਼ਾਇਦ ਮੈਨੂੰ ਇੱਕ ਅੱਧੀ ਹੱਡੀ ਮਿਲ ਜਾਏ ਖਾਣ ਨੂੰ। ਇਹ ਚਾਰੋਂ ਉਸ ਲਾਈਟ ਵੱਲ ਤੁਰ ਪਏ ਅਤੇ ਆਖਿਰ ਵਿੱਚ ਇੱਕ ਘਰ ਮਿਲਿਆ ਉਹਨਾਂ ਨੂੰ। ਸਭ ਤੋਂ ਲੰਬਾ ਸੀ ਡੋਂਕੀ ਤੇ ਉਹਨੇ ਬਾਰੀ ਵਿੱਚੋਂ ਵੇਖਿਆ ਕਿ ਅੰਦਰ ਹੈ ਕੀ ਦਿਖ ਰਿਹਾ ਹੈ। अरे भाइयों, गजब हो गया। ਇੱਥੇ एक बहुत ਵੱਡਾ डाइनिंग टेबल है। वाह जी वाह। तो उस टेबल पे खान पीन की चीज़ा भी है। हाय, मेरा तो लार टपक रही है। चलो चलो धावा बोलते हैं।
रुको, कुछ और भी है। हाँ, 4 बंदूक वाले डकैत ਜਿਹੜੇ ਮਜ਼ੇ ਨਾਲ ਖਾ ਵੀ ਰਹੇ ਨੇ। ਹੁਣ ਖਾਣਾ ਕਿਵੇਂ ਖਾਵਾਂਗੇ? ਡਕੈਤ ਦਾ ਨਾਮ ਸੁਣਦੇ ਹੀ ਸਭ ਉਦਾਸ ਹੋ ਗਏ। ਕਿਉਂ ਆਣਾ ਸੀ ਇਹਨਾਂ ਨੂੰ ਇੱਥੇ? ਮੈਨੂੰ ਇੰਨੀ ਭੁੱਖ ਲੱਗ ਰਹੀ ਸੀ। ਚਲੋ ਵਾਪਸ ਜੰਗਲ ਨੂੰ। ਇੱਥੇ ਕੁਝ ਨਹੀਂ ਕਰ ਸਕਦੇ। ਕਾਸ਼ ਅਸੀਂ ਇਹਨੇ ਡਕੈਤਾਂ ਨੂੰ ਡਰਾ ਸਕਦੇ। ਅੱਛਾ ਦੇਖੋ, ਇੱਕ ਤਰੀਕਾ ਹੈ ਇਹਨਾਂ ਨੂੰ ਭਜਾਉਣ ਦਾ। ਹੁਣ ਧਿਆਨ ਨਾਲ ਸੁਣੋ ਮੇਰੀ ਗੱਲ। ਇੱਕ ਦੇ ਉੱਪਰ ਇੱਕ ਚੜ ਗਏ ਇਹ ਚਾਰੋਂ। ਤੇ ਅਚਾਨਕ ਤੋਂ ਬਾਹਰੋਂ ਨਾਲ ਗਾਣ ਲੱਗੇ। ਇੰਨੀ ਡਰਾਵਨੀ ਆਵਾਜ਼ ਬਣੀ ਕਿ ਉਹਨੂੰ ਸੁਣਦੇ ਹੀ ਡਕੈਤਾਂ ਦੇ ਤੋਤੇ ਉੱਡ ਗਏ। ਚਾਰਾਂ ਨੇ ਮਿਲ ਕੇ ਬਾਰੀ ਤੋੜੀ ਤੇ ਡੋਂਕੀ ਨੇ ਛਾਲ ਮਾਰੀ ਅਤੇ ਅੰਦਰ ਧੜਾਮ ਨਾਲ। ਭੱਜੋ ਏ, ਜਾਨ ਲੈ ਲੈਂਗੇ। ਭੱਜੋ ਇੱਥੋਂ, ਬਚਾਓ। ਭਾਗੋ ਰੇ, ਭਾਗੋ। ਆਪਣੀ ਬੰਦੂਕਾਂ ਉੱਥੇ ਹੀ ਛੱਡ ਛੁੱਟ ਕੇ ਡਕੈਤ ਭੱਜੇ ਜਾਨ ਬਚਾ ਕੇ। ਅਤੇ ਇਹ 4 ਯਾਰ ਬੜੇ ਖੁਸ਼ ਹੋਏ। ਜਿੱਦਾਂ ਸੋਚਿਆ ਸੀ ਉਦਾਂ ਹੀ ਹੋਇਆ। ਹੁਣ ਟੇਬਲ ਤੇ ਜਿਹੜਾ ਖਾਣਾ ਸੀ ਉਹਦੇ ਉੱਤੇ ਇਹ ਟੁੱਟ ਪਏ। ਖਾਣਾ ਖਾ ਕੇ ਸਾਰੇ ਸੌਣ ਗਏ। ਥੱਕੇ ਹਾਰੇ ਸੀ बेचारे। सब लाइट्स बंद करके सो गए। अद्धी रात हो चुकी सी। डकैतां ने वेखिया कि घर विच लाइट नहीं है। उन्होंने अपने लंबू नूं भेजिया घर दे अंदर वेखन। लंबू अंदर गया तां बिल्कुल हनेरा सी अते उहनूं रोशनी चाहीदी सी। ਉਹਨੇ ਮਾਚਿਸ ਵਾਲੀ ਅਤੇ ਬਿੱਲੀ ਨੇ ਉਹਦੇ ਉੱਤੇ ਛਾਲ ਮਾਰੀ। ਉਹਨੇ ਨੁੰਦਰਾ ਮਾਰੀਆਂ ਤੇ ਹਾਊਂਡ ਡੌਗ ਨੇ ਉਹਦੇ ਪੈਰਾਂ ਤੇ ਵੱਢਿਆ। ਸ਼ੋਰ ਤੋਂ ਘਬਰਾ ਕੇ ਕੁੱਕੜ ਉੱਠਿਆ ਅਤੇ ਜ਼ੋਰ-ਜ਼ੋਰ ਨਾਲ ਕੁੱਕੜ ਕੂ ਕਰਨ ਲੱਗਿਆ। ਜਿੱਦਾਂ ਹੀ ਡਕੈਤ ਭੱਜਣ ਲੱਗਿਆ, ਬਾਹਰ ਖੜੇ ਡੌਂਕੀ ਨੇ ਉਹਨੂੰ ਜ਼ੋਰ ਨਾਲ ਲੱਤ ਮਾਰੀ। ਡਰਿਆ ਤੇ ਘਬਰਾਇਆ ਹੋਇਆ ਡਕੈਤ ਆਪਣੇ ਦੋਸਤਾਂ ਦੇ ਕੋਲ ਗਿਆ ਤੇ ਬੋਲਿਆ, ਓਏ ਉਸ ਘਰੇ 4 ਰਾਖਸ਼ ਨੇ ਤੇ ਉਹਨਾਂ ਨੇ ਮੇਰੇ ਤੇ ਹਮਲਾ ਵੀ ਕੀਤਾ। ਡਕੈਤ ਸਾਰੇ ਦੁਮ ਦਬਾ ਕੇ ਭੱਜੇ ਉੱਥੋਂ ਤੇ ਦੁਬਾਰਾ ਕਦੀ ਉੱਥੇ ਆਣ ਦੀ ਗੱਲ ਸੋਚੀ ਵੀ ਨਹੀਂ। 4.5 ਬਰਮਨ ਮਿਊਜ਼ੀਸ਼ੀਅਨਸ ਨੂੰ ਇਹ ਘਰ ਬਿਲਕੁਲ ਆਪਣੇ ਘਰ ਵਰਗਾ ਲੱਗਿਆ ਤੇ ਉਹਨਾਂ ਨੇ ਸੋਚਿਆ ਕਿ ਬਰਮਨ ਜਾਣ ਦੀ ਕੀ ਲੋੜ ਹੈ, ਕਿਉਂ ਨਾ ਅਸੀਂ ਸਭ ਇੱਥੇ ਹੀ ਰਹੀਏ। ਇਹ ਚਾਰੋਂ ਪੂਰੀ ਜ਼ਿੰਦਗੀ ਇੱਥੇ ਹੀ ਰਹੇ, ਗਾਉਂਦੇ ਬਜਾਉਂਦੇ ਹੋਏ। ਬਹੁਤ ਸਮੇਂ ਪਹਿਲਾਂ ਇੱਕ ਭੈਣ ਭਰਾ ਦੀ ਜੋੜੀ ਸੀ, ਹੈਂਸਲ ਤੇ ਗ੍ਰੇਟਲ। ਜਦੋਂ ਉਹ ਨਿੱਕੇ ਜਵਾਕ ਸੀ, ਉਹਨਾਂ ਦੀ ਮਾਂ ਮਰ ਗਈ ਸੀ। ਉਹ ਆਪਣੇ ਬਾਪੂ ਜੀ ਨਾਲ ਜੰਗਲ ਵਿੱਚ ਇੱਕ ਝੋਂਪੜੇ ਵਿੱਚ ਰਹਿੰਦੇ ਸੀ। ਉਹਨਾਂ ਦੇ ਬਾਪੂ ਜੀ ਪੈਸੇ ਕਮਾਉਣ ਵਾਸਤੇ ਲੱਕੜੀਆਂ ਕੱਟਦੇ ਸੀ ਤੇ ਜਵਾਕਾਂ ਦੀ ਦੇਖਭਾਲ ਵੀ ਕਰਦੇ ਸੀ। ਕੰਮ ਦੀ ਖੇਚਲ ਤੇ ਜਵਾਕਾਂ ਦੀ ਦੇਖਭਾਲ ਤੋਂ ਤੰਗ ਆ ਕੇ ਉਹਨਾਂ ਨੇ ਇੱਕ ਵਾਰੀ ਫੇਰ ਵਿਆਹ ਕਰਨ ਦਾ ਫੈਸਲਾ ਕੀਤਾ। ਉਹਨਾਂ ਦੀ ਨਵੀਂ ਵਹੁਟੀ ਬੜੇ ਅਮੀਰ ਘਰ ਦੀ ਸੀ। ਉਹਨਾਂ ਨੂੰ ਚੰਗਾ ਨਹੀਂ ਲੱਗਦਾ ਸੀ ਕਿ ਉਹ ਗਰੀਬ ਨੇ ਤੇ ਝੋਪੜੇ ਵਿੱਚ ਰਹਿੰਦੇ ਨੇ, ਤੇ ਉਹਨਾਂ ਨੂੰ ਆਪਣੇ ਮਤਰੇਈ ਜਵਾਕਾਂ ਤੋਂ ਵੀ ਨਫ਼ਰਤ ਸੀ। ਸਿਆਲਾਂ ਦੀ ਇੱਕ ਰਾਤ ਸੌਣ ਤੋਂ ਪਹਿਲਾਂ ਹੈਂਸਲ ਤੇ ਗ੍ਰੇਟਲ ਨੂੰ ਕੁਝ ਸੁਣਾਈ ਦਿੱਤਾ। ਉਹਨਾਂ ਦੀ ਨਵੀਂ ਮਾਂ ਉਹਨਾਂ ਦੇ ਬਾਪੂ ਨੂੰ ਕੁਝ ਬੋਲ ਰਹੀ ਸੀ। ਸਿਆਲਾਂ ਵਿੱਚ ਗੁਜ਼ਾਰਾ ਕਿਵੇਂ ਕਰਾਂਗੇ?
ਖਾਣ ਦਾ ਸਮਾਨ ਘੱਟ ਪੈ ਜਾਊਗਾ। ਇਹਨਾਂ ਜਵਾਕਾਂ ਨੂੰ ਭਜਾਓ, ਵਰਨਾ ਅਸੀਂ ਸਾਰੇ ਮਰ ਜਾਵਾਂਗੇ। ਉਹਨਾਂ ਦੇ ਬਾਪੂ ਨੇ ਆਵਾਜ਼ ਚੁੱਕੀ, ਤੂੰ ਜਮਾਂ ਵੀ ਬਹਿਸ ਨਾ ਕਰ, ਕੱਲ ਇਹਨਾਂ ਨੂੰ ਕਿਤੇ ਦੂਰ ਲਿਜਾ ਕੇ ਛੱਡ ਦਵਾਂਗੇ। ਇਹ ਸੁਣ ਕੇ ਗ੍ਰੇਟਲ ਰੋਣ ਲੱਗ ਪਈ। ਹੈਂਸਲ ਨੇ ਉਹਨੂੰ ਚੁੱਪ ਕਰਾਇਆ। ਤੂੰ ਫਿਕਰ ਨਾ ਕਰ ਗ੍ਰਿਟਲ, ਅਸੀਂ ਘਰ ਦਾ ਰਸਤਾ ਲੱਭ ਲਾਂਗੇ। ਉਸ ਰਾਤ ਹੈਂਸਲ ਬਾਹਰ ਜਾ ਕੇ ਬਹੁਤ ਸਾਰੇ ਨਿੱਕੇ ਨਿੱਕੇ ਰੋੜੇ ਹਿੱਸੇ ਵਿੱਚ ਭਰ ਲਿਆਇਆ। ਅਗਲੀ ਸਵੇਰ ਉਹ ਸਾਰੇ ਘਰ ਤੋਂ ਦੂਰ ਜਾਣ ਲੱਗੇ। ਉਹਨਾਂ ਦੇ ਪਿਓ ਨੇ ਦੱਸਿਆ ਕਿ ਉਹ ਪਿਕਨਿਕ ਤੇ ਜਾ ਰਹੇ ਨੇ। ਤੁਰਦੇ ਤੁਰਦੇ ਹੋਲੀ ਜਿਹੇ ਹੈਂਸਲ ਰੋੜੇ ਡੇਗ ਡੇਗ ਕੇ ਨਿਸ਼ਾਨੀ ਬਣਾ ਰਿਹਾ ਸੀ। ਸ਼ਾਮ ਹੁੰਦੇ ਹੁੰਦੇ ਪਿਓ ਤੇ ਮਾਂ ਨਿਕਲ ਗਏ, ਇਹ ਕਹਿ ਕੇ ਕਿ ਉਹ ਹੁਣੇ ਆ ਜਾਣਗੇ, ਪਰ ਉਹ ਕਦੀ ਨਹੀਂ ਮੁੜੀਏ। ਰਾਤ ਪੈਂਦੇ ਹੀ ਜੰਗਲੀ ਜਾਨਵਰਾਂ ਦੀ ਆਵਾਜ਼ ਚਾਰ ਚਪੇਰੇ ਗੁੰਜਣ ਲੱਗ ਪਈ। ਇਹ ਸਭ ਸੁਣ ਕੇ ਹੈਂਸਲ ਤੇ ਗ੍ਰੇਟਲ ਉੱਥੇ ਅੱਗ ਕੋਲੀ ਬਹਿ ਗਏ, ਜਦੋਂ ਤੱਕ ਚੰਨ ਉੱਪਰ ਨਹੀਂ ਆਇਆ। ਹੁਣ ਉਹ ਆਪਣੇ ਸੁੱਟੇ ਹੋਏ ਰੋੜਿਆਂ ਨੂੰ ਭਾਲ ਭਾਲ ਕੇ ਘਰ ਵੱਲ ਤੁਰ ਪਏ। ਚੰਗਾ ਕੀਤਾ ਹੈਂਸਲ, ਤੂੰ ਕਿੰਨਾ ਸਿਆਣਾ ਹੈ। ਜਦੋਂ ਦੋਨੋਂ ਘਰ ਪਹੁੰਚੇ, ਬਾਪੂ ਜੀ ਹੈਰਾਨ ਰਹਿ ਗਏ, ਪਰ ਖੁਸ਼ ਵੀ ਹੋਏ, ਤੇ ਮਾਂ ਵੀ ਐਦਾਂ ਵਖਾ ਰਹੀ ਸੀ ਜਿਵੇਂ ਉਹ ਵੀ ਖੁਸ਼ ਹੋਵੇ। ਤਿੰਨ ਦਿਨ ਬਾਅਦ ਉਹਨਾਂ ਦੀ ਮਾਂ ਨੇ ਫੇਰ ਉਹਨਾਂ ਨੂੰ ਮਗਰੋਂ ਲਾਣ ਦੀ ਕੋਸ਼ਿਸ਼ ਕੀਤੀ। ਇਸ ਵਾਰੀ ਉਹਨਾਂ ਨੇ ਰਾਤ ਨੂੰ ਦੋਨਾਂ ਦੇ ਬੂਹੇ ਬੰਦ ਕਰ ਦਿੱਤੇ ਤਾਂ ਕਿ ਹੈਂਸਲ ਦੁਬਾਰਾ ਰੋੜੇ ਚੁੱਕਣ ਨਾ ਜਾ ਸਕੇ। ਪਰ ਹੈਂਸਲ ਸੀ ਸਿਆਣਾ। ਇਸ ਵਾਰੀ ਜਾਂਦੇ ਹੋਏ ਉਹਨੇ ਬ੍ਰੈਡ ਦੇ ਟੋਟੇ ਆਪਣੇ ਖਿੱਸੇ ਵਿੱਚ ਰੱਖ ਲਏ ਤੇ ਉਹਨਾਂ ਦੇ ਨਿਸ਼ਾਨ ਬਣਾਉਂਦਾ ਗਿਆ। ਦੁਪਹਿਰ ਨੂੰ ਬਹਾਨੇ ਨਾਲ ਮਾਂ-ਪਿਓ ਨਿਕਲ ਗਏ, ਫੇਰ ਦੋਨਾਂ ਨੂੰ ਛੱਡ ਗਏ। ਉਹਨਾਂ ਦੇ ਆਉਣ ਦੀ ਆਸ ਜਦੋਂ ਮੁੱਕ ਗਈ, ਹੈਂਸਲ ਤੇ ਗ੍ਰੇਟਲ ਸੂਰਜ ਡੁੱਬਣ ਤੋਂ ਪਹਿਲਾਂ ਤੁਰ ਪਏ। ਪਰ ਇਸ ਵਾਰੀ ਉਹਨਾਂ ਨੂੰ ਬ੍ਰੈਡ ਦੇ ਨਿਸ਼ਾਨ ਨਹੀਂ ਮਿਲੇ, ਕਿਉਂਕਿ ਸਾਰੀ ਬ੍ਰੈਡ ਤਾਂ ਚਿੜੀਆਂ ਚੁੱਕ ਗਈਆਂ ਸੀ। ਗ੍ਰੇਟਲ ਰੋ ਰਹੀ ਸੀ ਤੇ ਹੈਂਸਲ ਵੀ ਲਾਚਾਰ ਸੀ। ਇਸ ਵਾਰੀ ਇਹ ਦੋਨੋਂ ਗੁੰਮ ਗਏ, ਨਾ ਖਾਣਾ ਨਾ ਪੀਣਾ ਤੇ ਜਾਨ ਨੂੰ ਮੁਸੀਬਤ ਵੱਖਰੀ। ਉਹ 3 ਦਿਨ ਏਦਾਂ ਹੀ ਘੁੰਮਦੇ ਰਹੇ। ਤੀਜੇ ਦਿਨ ਉਹਨਾਂ ਨੂੰ ਇੱਕ ਬਹੁਤ ਚਿੱਟੀ ਚਿੜੀ ਦਿਸੀ। ਉਹਨੇ ਇਹਨਾਂ ਨੂੰ ਗਾ ਕੇ ਸੁਣਾਇਆ। ਉਸ ਘੜੀ ਆਪਣੀ ਭੁੱਖ ਭੁੱਲ ਕੇ ਉਸ ਚਿੜੀ ਦੇ ਮਗਰ ਗਏ ਤੇ ਪਿੱਛਾ ਕਰਦੇ ਹੋਏ ਪਹੁੰਚੇ ਇੱਕ ਅਜੀਬ ਜਿਹੇ ਘਰ ਦੇ ਬਾਹਰ। ਇਸ ਘਰ ਦੀ ਕੰਧ ਬ੍ਰੈਡ ਦੀ ਸੀ, ਛੱਤ ਕੇਕ ਦੀ ਤੇ ਬਾਰੀਆਂ ਬਣੀਆਂ ਸੀ ਟੋਫੀਆਂ ਦੀਆਂ, ਤੇ ਹਰ ਪਾਸੇ ਕਰੀਮ ਹੀ ਕਰੀਮ। ਹੈਂਸਲ ਤੇ ਗ੍ਰੇਟਲ ਖੁਸ਼ੀ ਦੇ ਮਾਰੇ ਕਮਲੇ ਹੋ ਗਏ। ਉਹ ਆਪਣੀ ਸਾਰੀ ਥਕਾਨ ਭੁੱਲ ਕੇ ਉਸ ਘਰ ਵੱਲ ਗਏ। ਜਿਵੇਂ ਇਹ ਕੁਝ ਖਾਣ ਲਈ ਗਏ, ਅੰਦਰੋਂ ਇੱਕ ਆਵਾਜ਼ ਆਈ, ਓਏ ਕੌਣ ਕੱਟ ਰਿਹਾ ਹੈ ਮੇਰੇ ਘਰ ਨੂੰ? ਉਹਨਾਂ ਨੂੰ ਬੂਹੇ ਉੱਤੇ ਇੱਕ ਬਹੁਤ ਪਿਆਰੀ ਜਿਹੀ ਦਾਦੀ ਮਾਂ ਦਿਖੀ। ਉਹਨਾਂ ਨੇ ਉਹਨੂੰ ਜੋ ਵੀ ਵਾਪਰਿਆ ਸੀ ਦੱਸਿਆ ਤਾਂ ਉਹਨੇ ਦੋਨਾਂ ਨੂੰ ਅੰਦਰ ਬੁਲਾ ਲਿਆ। ਘਰ ਦਾ ਬਾਹਰ ਤੇ ਅੰਦਰ ਬਿਲਕੁਲ ਵੱਖਰਾ ਸੀ। ਅੰਦਰ ਹਨੇਰਾ ਸੀ ਤੇ ਕੁਝ ਵੀ ਚੰਗਾ ਨਹੀਂ ਲੱਗ ਰਿਹਾ ਸੀ।
ਪਰ ਭੁੱਖ ਦੇ ਸਤਾਏ ਉਹਨਾਂ ਦੋਨਾਂ ਨੇ ਜ਼ਿਆਦਾ ਸੋਚਿਆ ਨਹੀਂ। ਉਸ ਜਨਾਨੀ ਨੇ ਉਹਨਾਂ ਨੂੰ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਖਿਲਾਈਆਂ, ਐਦਾਂ ਦੀਆਂ ਵੀ ਜੋ ਪਹਿਲਾਂ ਕਦੀ ਨਹੀਂ ਖਾਧੀਆਂ ਸੀ। ਤੇ ਰਾਤ ਨੂੰ ਜਿਹਦੇ ਉੱਤੇ ਸੁੱਤੇ ਉਹ ਬਿਸਤਰਾ ਵੀ ਇੰਨਾ ਨਰਮ। ਸਵੇਰੇ ਉੱਠੇ ਤਾਂ ਦੇਖਿਆ ਉਹ ਜਨਾਨੀ ਕਿੱਥੇ ਵੀ ਨਹੀਂ ਸੀ। ਉਹਨੂੰ ਲੱਭਣ ਲੱਗੇ ਦੋਨੋਂ। ਉੱਥੇ ਹੀ ਉਹਨਾਂ ਨੂੰ ਇੱਕ ਨਿੱਕਾ ਜਿਹਾ ਬੂਹਾ ਦਿਸਿਆ। ਅੰਦਰੋਂ ਗਏ ਤਾਂ ਸੰਦੂਕ ਭਰ ਕੇ ਖਜ਼ਾਨਾ ਪਿਆ ਸੀ। ਦੋਨੋਂ ਹੈਰਾਨ ਹੋ ਗਏ। ਹੈਂਸਲ ਹੋਰ ਕੋਲੋਂ ਦੇਖਣਾ ਚਾਹੁੰਦਾ ਸੀ। ਤਾਈਓ ਉਹਦੀ ਆਵਾਜ਼ ਫੇਰ ਆਈ, ਕਿਉਂ ਜੀ, ਕੀ ਕਰ ਰਹੇ ਹੋ? ਦੋਨੋਂ ਮੁੜੇ ਤਾਂ ਉਹ ਚੁੜੈਲ ਜਮੇ ਹੀ ਸਾਹਮਣੇ ਖੜੀ ਸੀ। ਪਤਾ ਲੱਗਿਆ ਕਿ ਉਹ ਜਨਾਨੀ ਚੁੜੈਲ ਸੀ ਜਿਹੜੀ ਇਹ ਜਵਾਕਾਂ ਨੂੰ ਆਪਣੇ ਤਹਿਖਾਨੇ ਵਿੱਚ ਲਿਜਾਣ ਲਈ ਲਲਚਾ ਰਹੀ ਸੀ। ਉਹਨਾਂ ਨੇ ਭੱਜਣਾ ਚਾਹਿਆ ਪਰ ਬੂਹਾ ਬੰਦ ਸੀ। ਚੁੜੈਲ ਨੇ ਹੈਂਸਲ ਨੂੰ ਵਾਲਾਂ ਤੋਂ ਫੜਿਆ ਤੇ ਇੱਕ ਪਿੰਜਰੇ ਵਿੱਚ ਸੁੱਟ ਦਿੱਤਾ। ਚੁੜੈਲ ਗ੍ਰੇਟਲ ਨੂੰ ਰਸੋਈ ਵਿੱਚ ਲੈ ਕੇ ਗਈ। ਤੇਰਾ ਭਰਾ ਬਹੁਤ ਕਮਜ਼ੋਰ ਹੈ, ਉਹਨੂੰ ਮੋਟਾ ਕਰਨ ਵਾਸਤੇ ਖਾਣਾ ਬਣਾ। ਮੋਟਾ ਤਾਜ਼ਾ ਹੋਵੇਗਾ ਤਾਂ ਮੈਨੂੰ ਉਹਨੂੰ ਖਾਣ ਦਾ ਸਵਾਦ ਆਏਗਾ, ਪਰ ਤੂੰ ਕੁਛ ਨਾ ਖਾਈ, ਸਿਰਫ ਉਹੀ ਖਾਵੇਗਾ। ਗ੍ਰੇਟਲ ਨੂੰ ਉਹਦੀ ਗੱਲ ਮੰਨਣੀ ਪਈ। ਹੈਂਸਲ ਸੀਤਾ ਸਿਆਣਾ, ਉਹਨੇ ਜੁਗਤ ਲਗਾਈ ਚੁੜੈਲ ਨੂੰ ਉੱਲੂ ਬਣਾਉਣ ਵਾਸਤੇ। ਹਰ ਰਾਤ ਜਦੋਂ ਚੁੜੈਲ ਸੋ ਜਾਂਦੀ ਸੀ, ਉਹ ਪਿੰਜਰੇ ਦੇ ਥੱਲੇ ਇੱਕ ਟੋਇਆ ਪੁੱਟਦਾ ਸੀ। ਚੁੜੈਲ ਰੋਜ਼ ਸਵੇਰੇ ਦੇਖਦੀ ਸੀ ਕਿ ਹੈਂਸਲ ਮੋਟਾ ਹੋਇਆ ਕਿ ਨਹੀਂ। ਹੈਂਸਲ ਕੁਝ ਵੀ ਖਾਂਦਾ ਨਹੀਂ ਸੀ, ਸਗੋਂ ਸਾਰਾ ਖਾਣਾ ਟੋਏ ਵਿੱਚ ਸੁੱਟ ਰਿਹਾ ਸੀ। ਦੂਜੇ ਪਾਸੇ ਚੁੜੈਲ ਗ੍ਰੇਟਲ ਨੂੰ ਹੋਰ ਖਾਣਾ ਬਣਾਉਣ ਲਈ ਕਹਿ ਰਹੀ ਸੀ। ਕਈ ਦਿਨਾਂ ਤੱਕ ਏਦਾਂ ਹੀ ਚੱਲਦਾ ਰਿਹਾ। ਮੋਟਾ ਹੋਵੇ ਚਾਹੇ ਪਤਲਾ ਹੋਵੇ, ਅੱਜ ਤਾਂ ਮੈਂ ਹੈਂਸਲ ਪਾਈ ਬਣਾਉਂਗੀ ਹੀ, ਉਹਨੇ ਗ੍ਰੇਟਲ ਨੂੰ ਕਿਹਾ। ਓਵਨ ਵਿੱਚ ਦੇਖ, ਆਟਾ ਮਾੜਾ ਜਿਹਾ ਪੱਕਿਆ ਕਿ ਨਹੀਂ। ਉਹ ਡਰੀ ਹੋਈ ਤਾਂ ਸੀ, ਪਰ ਗ੍ਰੇਟਲ ਆਪਣੇ ਭਰਾ ਵਰਗੀ ਸਿਆਣੀ ਵੀ ਸੀ। ਉਹ ਸਮਝ ਗਈ ਕਿ ਚੁੜੈਲ ਉਹਨੂੰ ਓਵਨ ਵਿੱਚ ਧੱਕਾ ਦੇਣ ਦੀ ਸੋਚ ਰਹੀ ਸੀ। ਮੇਰਾ ਸਿਰ ਅੰਦਰ ਨਹੀਂ ਜਾ ਰਿਹਾ, ਆਟਾ ਦਿਖ ਨਹੀਂ ਰਿਹਾ, ਗ੍ਰੇਟਲ ਬੋਲੀ। ਚੁੜੈਲ ਨੇ ਆਪੇ ਆਪਣਾ ਸਿਰ ਅੰਦਰ ਕੀਤਾ। ਮੌਕੇ ਤੇ ਗ੍ਰੇਟਲ ਨੇ ਸਾਰਾ ਜ਼ੋਰ ਲਾ ਕੇ ਚੁੜੈਲ ਨੂੰ ਅੰਦਰ ਸੁੱਟ ਦਿੱਤਾ ਤੇ ਉਹਦਾ ਬੂਹਾ ਬੰਦ ਕਰ ਦਿੱਤਾ। ਗ੍ਰੇਟਲ ਨੂੰ ਪਤਾ ਸੀ ਚਾਬੀ ਕਿੱਥੇ ਰੱਖੀ ਹੈ। ਉਹ ਛੇਤੀ ਗਈ ਤੇ ਹੈਂਸਲ ਨੂੰ ਕੱਢਿਆ। ਓਵਨ ਵਿੱਚੋਂ ਅੱਗ ਨਿਕਲ ਕੇ ਸਾਰੇ ਘਰ ਵਿੱਚ ਭਰ ਗਈ ਸੀ। ਉਹ ਦੋਵੇਂ ਹੀ ਉੱਥੋਂ ਨਿਕਲ ਕੇ ਜੰਗਲ ਵੱਲ ਭੱਜੇ, ਪਰ ਕਿੱਥੇ ਜਾਈਏ ਇਹ ਉਹਨਾਂ ਨੂੰ ਵੀ ਨਹੀਂ ਪਤਾ ਸੀ। ਕੁਝ ਦੇਰ ਬਾਅਦ ਉਹਨਾਂ ਨੂੰ ਇੱਕ ਦਰਿਆ ਮਿਲਿਆ। ਇੱਕ ਬੜੀ ਜਿਹੀ ਬੱਤਖ ਨੇ ਉਹਨਾਂ ਨੂੰ ਉਹ ਦਰਿਆ ਪਾਰ ਕਰਾਇਆ। ਉਹਨਾਂ ਨੇ ਆਸੇ-ਪਾਸੇ ਦੇਖਿਆ ਤਾਂ ਉਹਨਾਂ ਨੂੰ ਪਤਾ ਲੱਗਿਆ ਉਹ ਕਿੱਥੇ ਨੇ। ਉਹ ਭੱਜੇ ਘਰ ਪਹੁੰਚੇ। ਜਵਾਕਾਂ ਨੂੰ ਦੇਖ ਪਿਓ ਬਹੁਤ ਖੁਸ਼ ਹੋਇਆ। ਰੋਂਦੇ ਪਿਓ ਨੇ ਉਹਨਾਂ ਨੂੰ ਦੱਸਿਆ ਕਿ ਜੰਗਲ ਵਿੱਚ ਛੱਡ ਕੇ ਆਉਣ ਤੋਂ ਕੁਝ ਦਿਨਾਂ ਬਾਅਦ ਹੀ ਉਹਨਾਂ ਦੀ ਮਾਂ ਆਪਣੇ ਪੇਕੇ ਚਲੀ ਗਈ ਤੇ ਉਹਨੇ ਉਹਨਾਂ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਉਹ ਲੱਭੇ ਹੀ ਨਹੀਂ। ਦੋਨੋਂ ਜਵਾਕ ਆਪਣੇ ਪਿਓ ਨੂੰ ਇੰਨਾ ਪਿਆਰ ਕਰਦੇ ਸੀ ਕਿ ਉਹਨਾਂ ਨੇ ਸਭ ਕੁਝ ਭੁਲਾ ਦਿੱਤਾ, ਪਰ ਉਹ ਆਪਣੇ ਪਿਓ ਲਈ ਇੱਕ ਸਰਪ੍ਰਾਈਜ਼ ਲੈ ਕੇ ਆਏ ਸੀ। ਉਹਨਾਂ ਨੇ ਆਪਣੇ ਖਿੱਸੇ ਵਿੱਚੋਂ ਢੇਰ ਸਾਰੇ ਹੀਰੇ ਮੋਤੀ ਕੱਢੇ ਜਿਹੜੇ ਉਹਨੂੰ ਚੁੜੈਲ ਦੇ ਘਰ ਵਿੱਚ ਮਿਲੇ ਸੀ। ਪਿਓ ਇਹ ਵੇਖ ਕੇ ਹੈਰਾਨ ਹੋ ਗਿਆ। ਉਹਨਾਂ ਦੇ ਪਰਿਵਾਰ ਨੂੰ ਫੇਰ ਕਦੀ ਕੋਈ ਤਕਲੀਫ ਨਹੀਂ ਹੋਈ ਤੇ ਉਹ ਖੁਸ਼ੀ ਰਹਿਣ ਲੱਗੇ।
ਇੱਕ ਵਾਰ ਦੂਰ ਦੇਸ਼ ਵਿੱਚ ਇੱਕ ਚੁੜੈਲ ਰਿਹਾ ਕਰਦੀ ਸੀ। ਉਹਦੀ ਉਦਾਸੀ ਦੀ ਵਜ੍ਹਾ ਸੀ ਕਿ ਉਹਨੂੰ ਔਲਾਦ ਨਹੀਂ ਹੋ ਸਕਦੀ ਸੀ, ਕਿਉਂਕਿ ਜੇ ਉਹਦਾ ਬੱਚਾ ਹੁੰਦਾ ਤਾਂ ਉਹ ਉਹਨੂੰ ਆਪਣੇ ਗਹਿਰੇ ਰਹੱਸ ਅਤੇ ਸ਼ਕਤੀਆਂ ਦੇ ਸਕਦੀ ਸੀ। ਇਸ ਕਰਕੇ ਉਹਨੇ ਤੈਅ ਕੀਤਾ ਕਿ ਉਹ ਪਹਿਲੀ ਕੁੜੀ ਨੂੰ ਸਭ ਤੋਂ ਦੂਰ ਲੈ ਜਾ ਕੇ ਬਿਲਕੁਲ ਆਪਣੀ ਧੀ ਦੀ ਤਰ੍ਹਾਂ ਵੱਡਾ ਕਰਦੀ। ਬੁਰਾਈ ਦਾ ਜਾਦੂ ਪੂਰੀ ਦੁਨੀਆ ਤੇ ਕਬਜ਼ਾ ਕਰੇਗਾ। ਜਿੱਥੇ ਚੁੜੈਲ ਰਹਿੰਦੀ ਸੀ, ਉੱਥੋਂ ਥੋੜੀ ਦੂਰੀ ਤੇ ਇੱਕ ਕਿਸਾਨ ਪਤੀ ਪਤਨੀ ਰਹਿੰਦੇ ਸੀ। ਇੱਕ ਦਿਨ ਆਦਮੀ ਨੂੰ ਬੜੀ ਚੰਗੀ ਖਬਰ ਮਿਲੀ ਜੋ ਉਹਨੂੰ ਉਹਦੀ ਘਰਵਾਲੀ ਨੇ ਦਿੱਤੀ ਸੀ। ਸਾਨੂੰ ਬੱਚਾ ਹੋਣ ਵਾਲਾ ਹੈ। ਬਦਕਿਸਮਤੀ ਨਾਲ ਉਹਨਾਂ ਦੀ ਖੁਸ਼ੀ ਲੰਮੇ ਸਮੇਂ ਤੱਕ ਨਹੀਂ ਟਿਕੀ, ਕਿਉਂਕਿ ਜਨਾਨੀ ਬਹੁਤ ਬਿਮਾਰ ਹੋ ਗਈ। ਜਿਵੇਂ ਜਿਵੇਂ ਸਮਾਂ ਗੁਜ਼ਰਦਾ ਗਿਆ, ਉਹਦਾ ਵਜ਼ਨ ਘਟਦਾ ਗਿਆ। ਜੇ ਉਹ ਛੇਤੀ ਠੀਕ ਨਾ ਹੁੰਦੀ ਤਾਂ ਆਪਣੇ ਬੱਚੇ ਨੂੰ ਗਵਾ ਸਕਦੀ ਸੀ। ਉਹਦੇ ਘਰ ਵਾਲੇ ਨੇ ਹਰ ਦਵਾਈ ਤੇ ਹਰ ਫਾਇਦੇਮੰਦ ਜੜੀ ਬੂਟੀ ਦੇ ਕੇ ਵੇਖਿਆ, ਪਰ ਉਹ ਠੀਕ ਨਹੀਂ ਹੋਈ। ਆਖਰਕਾਰ ਡਾਕਟਰ ਨੇ ਕਿਹਾ ਕਿ ਹੁਣ ਇੱਕ ਹੀ ਤਰੀਕਾ ਹੈ ਜਿਸ ਨਾਲ ਉਹਦੀ ਘਰ ਵਾਲੀ ਠੀਕ ਹੋ ਸਕਦੀ ਹੈ। ਇੱਕ ਬੁਰੀ ਚੁੜੇਲ ਹੈ ਜਿਸ ਦੇ ਕੋਲ ਹੀ ਸਿਰਫ ਇਸ ਨੂੰ ਠੀਕ ਕਰਨ ਵਾਲੀ ਜੜੀ ਬੂਟੀ ਹੈ। ਹੁਣ ਸਿਰਫ ਇੱਕੋ ਹੀ ਰਸਤਾ ਬਚਿਆ ਹੈ। ਆਦਮੀ ਆਪਣੀ ਸਾਰੀ ਹਿੰਮਤ ਜੁਟਾ ਕੇ ਚੁੜੈਲ ਦੇ ਮਹਿਲ ਵਿੱਚ ਗਿਆ ਤੇ ਦਰਵਾਜ਼ੇ ਤੇ ਦਸਤਕ ਦਿੱਤੀ। ਇੰਨਾ ਬੇਤੜਕ ਹੋ ਕੇ ਮੇਰਾ ਬੂਹਾ ਖੜਕਾ ਰਿਹਾ ਹੈ, ਲੱਗਦਾ ਕੋਈ ਜ਼ਰੂਰੀ ਗੱਲ ਹੈ। ਉਹ ਮੇਰੀ ਘਰ ਵਾਲੀ ਬਿਮਾਰ ਹੈ ਤੇ ਉਹਦੀ ਹਾਲਤ ਦਿਨੋਂ ਦਿਨ ਵਿਗੜਦੀ ਜਾ ਰਹੀ ਹੈ। ਮੈਂ ਸੁਣਿਆ ਕਿ ਸਿਰਫ ਤੁਹਾਡੇ ਕੋਲੇ ਉਸ ਦੇ ਇਲਾਜ ਦੇ ਲਈ ਜੜੀ ਬੂਟੀ ਹੈ। ਅੱਛਾ, ਤੇ ਮੈਂ ਤੇਰੀ ਮਦਦ ਕਿਉਂ ਕਰਾਂ? ਮੈਂ ਬੇਨਤੀ ਕਰਦਾ ਹਾਂ, ਕਿਰਪਾ ਕਰਕੇ ਮੇਰੀ ਮਦਦ ਕਰੋ। ਮੇਰੀ ਘਰ ਵਾਲੀ ਨੂੰ ਬੱਚਾ ਹੋਣ ਵਾਲਾ ਹੈ ਤੇ ਜੇ ਉਹਦਾ ਇਲਾਜ ਨਾ ਕੀਤਾ ਗਿਆ ਤਾਂ ਦੋਹਾਂ ਨੂੰ ਗਵਾ ਬੈਠਾਂਗਾ। ਉਹਦੀ ਹਾਲਤ ਦੇ ਬਾਰੇ ਵਿੱਚ ਸੁਣ ਕੇ ਚੁੜੈਲ ਨੇ ਆਪਣਾ ਮਨ ਬਦਲ ਦਿੱਤਾ ਤੇ ਉਹਦੀ ਮਦਦ ਕਰਨ ਦਾ ਫੈਸਲਾ ਕੀਤਾ। ਜੇ ਤੂੰ ਇੰਜ ਕਹਿ ਰਿਹਾ ਤਾਂ ਮੈਂ ਤੇਰੀ ਮਦਦ ਕਰਾਂਗੀ। ਚੁੜੈਲ ਨੇ ਉਹਦੇ ਇਲਾਜ ਵਾਲੀ ਜੜੀ ਬੂਟੀ ਦੇ ਦਿੱਤੀ। ਇਸ ਜੜੀ ਬੂਟੀ ਦੇ ਪੱਤਿਆਂ ਦਾ ਇੱਕ ਇੱਕ ਟੁਕੜਾ ਰੋਜ਼ ਆਪਣੀ ਘਰਵਾਲੀ ਨੂੰ ਖਵਾਈ, ਤੈਨੂੰ ਉਹ ਠੀਕ ਹੁੰਦੀ ਨਜ਼ਰ ਆਵੇਗੀ। ਆਦਮੀ ਖੁਸ਼ੀ ਦੇ ਮਾਰੇ ਭੱਜਦੇ ਹੋਏ ਘਰ ਪਹੁੰਚਿਆ। ਉਹਦੀ ਘਰਵਾਲੀ ਨੇ ਰੋਜ਼ ਪੱਤੇ ਦਾ ਇੱਕ ਟੁਕੜਾ ਖਾਧਾ। ਹੁਣ ਉਹਦੀ ਤਬੀਅਤ ਸੁਧਰਨ ਲੱਗੀ ਤੇ ਉਹਦਾ ਘਟਿਆ ਹੋਇਆ ਵਜ਼ਨ ਵੀ ਵਾਪਸ ਵਧਣ ਲੱਗਾ। ਪਰ ਕੁਝ ਦਿਨਾਂ ਬਾਅਦ ਚੁੜੈਲ ਦੀ ਦਿੱਤੀ ਹੋਈ ਜੜੀ ਬੂਟੀ ਖਤਮ ਹੋ ਗਈ। ਘਰਵਾਲੀ ਦੀ ਤਬੀਅਤ ਫਿਰ ਤੋਂ ਵਿਗੜ ਗਈ। ਇਸ ਵਾਰ ਬਹੁਤ ਹੀ ਘੱਟ ਸਮੇਂ ਵਿੱਚ ਉਹਦੀ ਹਾਲਤ ਜ਼ਿਆਦਾ ਗੰਭੀਰ ਹੋ ਗਈ। ਕੋਈ ਉਪਾਅ ਨਾ ਹੋਣ ਕਰਕੇ ਆਦਮੀ ਨੇ ਫਿਰ ਤੋਂ ਚੁੜੈਲ ਦੇ ਮਹਿਲ ਦਾ ਦਰਵਾਜ਼ਾ ਖੜਕਾਇਆ। ਚੁੜੈਲ ਜਾਣਦੀ ਸੀ ਕਿ ਉਹ ਵਾਪਸ ਜ਼ਰੂਰ ਆਵੇਗਾ। ਇਹ ਉਹੀ ਬੀਜ ਹੈ ਜਿਸ ਨਾਲ ਤੇਰੀ ਘਰਵਾਲੀ ਠੀਕ ਹੋ ਸਕਦੀ ਹੈ। ਤੂੰ ਇਹਨਾਂ ਨੂੰ ਆਪਣੇ ਬਗੀਚੇ ਵਿੱਚ ਬੀਜ ਦੇਵੀਂ ਤੇ ਫਿਰ ਤੇਰੀ ਘਰਵਾਲੀ ਤੇ ਬੱਚਾ ਦੋਵੇਂ ਬਚ ਜਾਣਗੇ। ਪਰ ਮੇਰੀ ਇੱਕ ਸ਼ਰਤ ਹੈ, ਜੇ ਤੇਰੇ ਘਰ ਬੱਚੀ ਜੰਮੀ ਤਾਂ ਤੂੰ ਉਹਨੂੰ ਮੈਨੂੰ ਦੇ ਦੇਂਗਾ। ਮੈਂ ਅਜਿਹੀ ਸ਼ਰਤ ਕਦੇ ਨਹੀਂ ਮੰਨ ਸਕਦਾ। ਤਾਂ ਦਫਾ ਹੋ ਜਾ ਇੱਥੋਂ। ਚੁੜੈਲ ਨੇ ਉਹਦੇ ਮੂੰਹ ਤੇ ਦਰਵਾਜ਼ਾ ਬੰਦ ਕਰ ਦਿੱਤਾ। ਦੁਖੀ ਹੋ ਕੇ ਆਦਮੀ ਘਰ ਵਾਪਸ ਆ ਗਿਆ। ਉਹ ਆਪਣੀ ਘਰਵਾਲੀ ਨੂੰ ਕੁਝ ਵੀ ਨਹੀਂ ਦੱਸ ਸਕਦਾ ਸੀ। ਜਿਵੇਂ ਜਿਵੇਂ ਦਿਨ ਗੁਜ਼ਰਦੇ ਗਏ, ਘਰਵਾਲੀ ਦੀ ਹਾਲਤ ਵਿਗੜਦੀ ਗਈ। ਹੁਣ ਬੱਚੇ ਨੂੰ ਵੀ ਖਤਰਾ ਵੱਧ ਗਿਆ ਸੀ। ਆਦਮੀ ਦੀ ਰਾਤਾਂ ਦੀ ਨੀਂਦ ਉੱਡ ਗਈ ਸੀ। ਜੇ ਉਹ ਚੁੜੈਲ ਦੀ ਸ਼ਰਤ ਨਹੀਂ ਮੰਨਦਾ ਤਾਂ ਉਹ ਘਰਵਾਲੀ ਤੇ ਬੱਚਾ ਦੋਹਾਂ ਨੂੰ ਗਵਾ ਦੇਵੇਗਾ। ਪਰ ਜੇ ਉਹ ਸ਼ਰਤ ਮੰਨ ਲੈਂਦਾ ਹੈ ਤੇ ਜੇ ਉਹਨੂੰ ਬੇਟਾ ਪੈਦਾ ਹੁੰਦਾ ਹੈ ਤਾਂ ਉਹਦੀ ਘਰਵਾਲੀ ਤੇ ਬੱਚਾ ਦੋਵੇਂ ਬਚ ਜਾਣਗੇ। ਇਸ ਲਈ ਉਹਨੇ ਆਪਣਾ ਮਨ ਬਣਾ ਲਿਆ ਤੇ ਚੁੜੈਲ ਦੇ ਮਹਿਲ ਵਿੱਚ ਗਿਆ। ਉਹਨੇ ਚੁੜੈਲ ਦੀ ਸ਼ਰਤ ਮੰਨ ਲਈ ਤੇ ਬੀਜ ਲੈ ਕੇ ਘਰ ਆ ਗਿਆ। ਚੁੜੈਲ ਦੇ ਦਿੱਤੇ ਹੋਏ ਬੀਜ ਉਹਨੇ ਆਪਣੇ ਬਗੀਚੇ ਵਿੱਚ ਬੋ ਦਿੱਤੇ। ਬੀਜ ਬਹੁਤ ਹੀ ਘੱਟ ਸਮੇਂ ਵਿੱਚ ਉੱਗ ਗਏ। ਆਦਮੀ ਨੇ ਆਪਣੇ ਘਰਵਾਲੀ ਨੂੰ ਬਗੀਚੇ ਵਿੱਚ ਉੱਗੇ ਹੋਏ ਪੱਤੇ ਖਵਾਏ। ਜਿਵੇਂ ਜਿਵੇਂ ਦਿਨ ਬੀਤਦੇ ਗਏ, ਉਹਦੀ ਘਰਵਾਲੀ ਠੀਕ ਹੁੰਦੀ ਗਈ ਤੇ ਉਹਨੇ ਇੱਕ ਸਿਹਤਮੰਦ ਬੱਚੇ ਨੂੰ ਜਨਮ ਦਿੱਤਾ। ਪਰ ਆਦਮੀ ਨੂੰ ਹੁਣ ਡਰ ਸਤਾ ਰਿਹਾ ਸੀ। ਉਸੇ ਦਿਨ ਰਾਜ ਮਹਿਲ ਵਿੱਚ ਇੱਕ ਜਸ਼ਨ ਮਨਾਇਆ ਜਾ ਰਿਹਾ ਸੀ। ਰਾਣੀ ਨੇ ਇੱਕ ਬੇਟੇ ਨੂੰ ਜਨਮ ਦਿੱਤਾ ਸੀ। ਰਾਜਾ ਬਹੁਤ ਖੁਸ਼ ਸੀ ਕਿਉਂਕਿ ਹੁਣ ਉਹਦੇ ਬਾਅਦ ਉਹਦਾ ਰਾਜਕੁਮਾਰ ਸੀ ਜੋ ਭਵਿੱਖ ਵਿੱਚ ਰਾਜਾ ਬਣੇਗਾ। ਰਾਜ ਦੀ ਜਨਤਾ
ਵੱਡੇ ਦਿਲ ਵਾਲੀ ਰਾਜਾ ਤੇ ਰਾਣੀ ਨੂੰ ਬਹੁਤ ਪਿਆਰ ਕਰਦੀ ਸੀ। ਕਿਸੇ ਨੂੰ ਪਤਾ ਨਹੀਂ ਸੀ ਕਿ ਭਵਿੱਖ ਵਿੱਚ ਇੱਕ ਦਿਨ ਇਹਨਾਂ ਦੋਹਾਂ ਬੱਚਿਆਂ ਦੇ ਜੀਵਨ ਮਿਲਣਗੇ। ਜਨਾਨੀ ਆਦਮੀ ਦੀ ਖੁਸ਼ੀ ਜ਼ਿਆਦਾ ਦਿਨਾਂ ਤੱਕ ਨਹੀਂ ਟਿਕੀ। ਉਸੇ ਦਿਨ ਚੁੜੈਲ ਆਈ ਅਤੇ ਬੱਚੀ ਦੀ ਮੰਗ ਕੀਤੀ। ਜਨਾਨੀ ਆਦਮੀ ਨੇ ਭਾਰੀ ਮਨ ਨਾਲ ਬੱਚੀ ਚੁੜੈਲ ਨੂੰ ਸੌਂਪ ਦਿੱਤੀ। ਮੇਰੀ ਬੱਚੀ, ਮੇਰੀ ਬੱਚੀ। ਇਹ ਹੁਣ ਮੇਰੀ ਬੱਚੀ ਹੈ, ਪਰ ਫਿਕਰ ਨਾ ਕਰ, ਮੈਂ ਉਹਦਾ ਚੰਗੀ ਤਰ੍ਹਾਂ ਖਿਆਲ ਰੱਖਾਂਗੀ। ਮੈਂ ਉਹਦਾ ਨਾਂ ਰਪੰਜ਼ਲ ਰੱਖਦੀ ਆਂ। ਚੁੜੈਲ ਬੱਚੀ ਨੂੰ ਲੈ ਕੇ ਜੰਗਲ ਵਿੱਚ ਚਲੀ ਗਈ, ਜਿੱਥੇ ਉਹਦਾ ਬਹੁਤ ਵੱਡਾ ਟਾਵਰ ਸੀ। ਚੁੜੈਲ ਪੌੜੀਆਂ ਤੋਂ ਟਾਵਰ ਦੇ ਬਹੁਤ ਉੱਪਰ ਚਲੀ ਗਈ। ਉਹ ਆਖਰੀ ਮੰਜ਼ਲ ਦੇ ਇੱਕ ਕਮਰੇ ਵਿੱਚ ਪਹੁੰਚੀ। ਉੱਥੇ ਚੁੜੈਲ ਨੇ ਬੱਚੀ ਨੂੰ ਇੱਕ ਭਗੂੜੇ ਵਿੱਚ ਰੱਖਿਆ। ਰਪੰਜ਼ਲ, ਮੇਰੀ ਸੋਹਣੀ ਬੱਚੀ। ਚੁੜੈਲ ਨੂੰ ਹੀ ਆਪਣੀ ਮਾਂ ਮੰਨ ਕੇ ਰਪੰਜ਼ਲ ਨੇ ਉਸ ਟਾਵਰ ਵਿੱਚ ਆਪਣਾ ਜੀਵਨ ਜੀਣਾ ਸ਼ੁਰੂ ਕਰ ਦਿੱਤਾ। ਦਿਨ ਦੇ ਵੇਲੇ ਰਪੰਜ਼ਲ ਟਾਵਰ ਤੋਂ ਥੱਲੇ ਉਤਰ ਕੇ ਮਹਿਲ ਦੇ ਸਾਹਮਣੇ ਖੇਡਿਆ ਕਰਦੀ ਤੇ ਰਾਤ ਨੂੰ ਦੁਬਾਰਾ ਟਾਵਰ ਦੀ ਆਖਰੀ ਮੰਜ਼ਲ ਤੇ ਆਪਣੇ ਛੋਟੇ ਜਿਹੇ ਕਮਰੇ ਵਿੱਚ ਵਾਪਸ ਆ ਜਾਂਦੀ। ਚੁੜੈਲ ਨੇ ਰਪੰਜ਼ਲ ਦੇ ਸੁਨਹਿਰੇ ਵਾਲ ਕਦੇ ਨਹੀਂ ਕੱਟੇ। ਉਹ ਰੋਜ਼ ਉਹਦੇ ਵਾਲਾਂ ਵਿੱਚ ਚੰਗੀ ਤਰ੍ਹਾਂ ਕੰਘੀ ਕਰਦੀ। ਛੋਟੀ ਬੱਚੀ ਨੂੰ ਇਹ ਬਹੁਤ ਪਸੰਦ ਸੀ। ਦਿਨ ਗੁਜ਼ਰਦੇ ਗਏ। ਰਪੰਜ਼ਲ ਹੁਣ ਵੱਡੀ ਹੋ ਗਈ ਸੀ ਤੇ ਹੁਣ ਉਹ ਇੱਕ ਜਵਾਨ ਕੁੜੀ ਬਣ ਗਈ ਸੀ। ਇੱਕ ਦਿਨ ਚੁੜੈਲ ਟਾਵਰ ਦੇ ਕੋਲ ਗਈ ਤੇ ਰਪੰਜ਼ਲ ਨੂੰ ਬਾਹਰ ਸੱਦਿਆ। ਰਪੰਜ਼ਲ, ਮੇਰੀ ਸੋਹਣੀ ਧੀ, ਆਪਣੇ ਸੁਨਹਿਰੇ ਵਾਲ ਥੱਲੇ ਸੁੱਟ। ਰਪੰਜ਼ਲ ਨੇ ਆਪਣੇ ਸੁਨਹਿਰੇ ਵਾਲ ਥੱਲੇ ਸੁੱਟੇ। ਉਹਦੇ ਵਾਲ ਹੁਣ ਥੱਲੇ ਜ਼ਮੀਨ ਤੱਕ ਪਹੁੰਚ ਰਹੇ ਸੀ। ਬਹੁਤ ਵਧੀਆ। ਚੁੜੈਲ ਟਾਵਰ ਦੀ ਪੌੜੀਆਂ ਤੱਕ ਪਹੁੰਚ ਗਈ। ਫਿਰ ਆਖਰੀ ਪੌੜੀ ਤੇ ਖੜੇ ਹੋ ਕੇ ਉਹਨੇ ਕੁਝ ਜਾਦੂਈ ਸ਼ਬਦ ਕਹੇ ਤੇ ਪੌੜੀਆਂ ਡਿੱਗਣ ਲੱਗੀਆਂ। ਦੁਨੀਆ ਦੇ ਕੋਈ ਵੀ ਬੋਲ ਇਹਨਾਂ ਪੌੜੀਆਂ ਨੂੰ ਫਿਰ ਤੋਂ ਨਹੀਂ ਲਿਆ ਸਕਦੇ। ਜੋ ਵੀ ਹੋ ਰਿਹਾ ਸੀ ਉਹਨੂੰ ਹੈਰਾਨੀ ਨਾਲ ਵੇਖਦੇ ਹੋਏ ਰਪੰਜ਼ਲ ਸਮਝ ਗਈ ਸੀ ਕਿ ਉਹ ਟਾਵਰ ਤੋਂ ਥੱਲੇ ਕਦੇ ਨਹੀਂ ਉਤਰ ਸਕਦੀ। ਚੁੜੈਲ ਰੋਜ਼ ਟਾਵਰ ਤੋਂ ਥੱਲੇ ਉਤਰਨ ਦੇ ਲਈ ਰਪੰਜ਼ਲ ਦੇ ਵਾਲਾਂ ਦਾ ਇਸਤੇਮਾਲ ਕਰਦੀ ਤੇ ਸ਼ਾਮ ਨੂੰ ਵੀ ਟਾਵਰ ਦੇ ਥੱਲੇ ਆ ਕੇ ਰਪੰਜ਼ਲ ਨੂੰ ਸੱਦਦੀ। ਰਪੰਜ਼ਲ, ਰਪੰਜ਼ਲ, ਆਪਣੇ ਵਾਲ ਥੱਲੇ ਸੁੱਟ, ਤੇਰੀ ਮਾਂ ਆਈ ਏ। ਉਹਦੀ ਆਵਾਜ਼ ਸੁਣ ਕੇ ਰਪੰਜ਼ਲ ਆਪਣੇ ਵਾਲ ਥੱਲੇ ਸੁੱਟਦੀ ਤੇ ਉਹਨਾਂ ਵਾਲਾਂ ਦੇ ਸਹਾਰੇ ਚੜ੍ਹਦੇ ਹੋਏ ਚੁੜੈਲ ਉੱਤੇ ਆ ਜਾਂਦੀ। ਮਾਂ, ਤੂੰ ਮੈਨੂੰ ਟਾਵਰ ਦੇ ਬਾਹਰ ਕਿਉਂ ਨਹੀਂ ਜਾਣ ਦਿੰਦੀ? ਤੂੰ ਮੈਨੂੰ ਇੱਥੇ ਕਿਉਂ ਰੱਖਿਆ ਹੈ? ਮੇਰੀ ਪਿਆਰੀ ਧੀਏ, ਮੈਂ ਤੈਨੂੰ ਬਹੁਤ ਪਿਆਰ ਕਰਦੀ ਆਂ, ਇਸ ਕਰਕੇ ਤੈਨੂੰ ਦੁਨੀਆ ਦੀ ਬੁਰਾਈ ਤੋਂ ਬਚਾਉਣਾ ਚਾਹੁੰਦੀ ਆਂ। ਰਪੰਜ਼ਲ ਸਾਰਾ ਦਿਨ ਗਾਣ ਵਿੱਚ ਅਤੇ ਜੋ ਪੰਛੀ ਉਹਦੀ ਬਾਰੀ ਤੇ ਆ ਕੇ ਬੈਠਦੇ ਸੀ ਉਹਨਾਂ ਨਾਲ ਗੱਲਾਂ ਕਰਦੇ ਹੋਏ ਗੁਜ਼ਾਰਦੀ। ਦੂਜੇ ਪਾਸੇ ਜੋ ਬੱਚਾ ਉਸੇ ਦਿਨ ਰਾਜ ਮਹਿਲ ਵਿੱਚ ਪੈਦਾ ਹੋਇਆ ਸੀ ਉਹ ਵੀ ਹੁਣ ਜਵਾਨ ਹੋ ਗਿਆ ਸੀ। ਰਾਜਾ ਹੁਣ ਬੁੱਢਾ ਹੋ ਚੱਲਿਆ ਸੀ ਅਤੇ ਉਹ ਚਾਹੁੰਦਾ ਸੀ ਕਿ ਹੁਣ ਉਹਦਾ ਜਵਾਨ ਬੇਟਾ ਉਹਦੀ ਗੱਦੀ ਸੰਭਾਲੇ, ਰਾਜਕੁਮਾਰੀ ਨਾਲ ਵਿਆਹ ਕਰੇ ਤੇ ਉਸ ਨੂੰ ਪੋਤਰਾ ਦੇਵੇ। ਬਾਕੀ ਰਾਜਾਂ ਦੀ ਕਈ ਰਾਜਕੁਮਾਰੀਆਂ ਮਹਿਲ ਵਿੱਚ ਆ ਕੇ ਜਾਂਦੀਆਂ, ਪਰ ਰਾਜਕੁਮਾਰ ਨੂੰ ਕੋਈ ਵੀ ਆਪਣੀ ਪਤਨੀ ਦੇ ਰੂਪ ਵਿੱਚ ਨਹੀਂ ਪਾਈ। ਆਖਰ ਰਾਜਕੁਮਾਰ ਇੱਕ ਲੰਮੀ ਯਾਤਰਾ ਤੇ ਨਿਕਲ ਪਿਆ ਆਪਣੇ ਅਸਲੀ ਪਿਆਰ ਦੀ ਖੋਜ ਵਿੱਚ। ਜਦੋਂ ਜੰਗਲ ਦੇ ਕੋਲ ਪਹੁੰਚਿਆ ਜਿੱਥੇ ਉਹ ਟਾਵਰ ਬਣਿਆ ਹੋਇਆ ਲੁਕਿਆ ਹੋਇਆ ਸੀ, ਉਹਨੇ ਆਪਣੇ ਆਦਮੀਆਂ ਨੂੰ ਪੁੱਛਿਆ, ਮੈਂ ਇਸ ਜੰਗਲ ਵਿੱਚੋਂ ਕਦੇ ਨਹੀਂ ਗਿਆ, ਚਲੋ ਅੱਜ ਇਸ ਜੰਗਲ ਤੋਂ ਲੰਘਦੇ ਹਾਂ, ਸ਼ਾਇਦ ਸਾਨੂੰ ਕੋਈ ਵਧੀਆ ਰਸਤਾ ਮਿਲ ਜਾਵੇ। ਰਾਜਕੁਮਾਰ, ਇਹ ਜਾਦੂਈ ਜੰਗਲ ਹੈ। ਅਸੀਂ ਸੁਣਿਆ ਕਿ ਜੋ ਵੀ ਇਹਦੇ ਅੰਦਰ ਜਾਂਦਾ ਹੈ ਉਹ ਵਾਪਸ ਨਹੀਂ ਆਉਂਦਾ। ਇਸ ਤਰ੍ਹਾਂ ਤੂੰ ਕਹਿ ਰਿਹਾ ਹੈ, ਸ਼ਾਇਦ ਇਹ ਕੋਈ ਅਫਵਾਹ ਹੋਵੇ। ਆਪ ਚੱਲ ਕੇ ਵੇਖਦੇ ਹਾਂ। ਰਾਜਕੁਮਾਰ ਅਤੇ ਉਹਦੇ ਆਦਮੀ ਜੰਗਲ ਵਿੱਚ ਦਾਖਲ ਹੋਏ। ਰਾਜਕੁਮਾਰ ਨੂੰ ਖੁਦ ਤੇ ਭਰੋਸਾ ਸੀ, ਪਰ ਉਹਦੇ ਆਦਮੀਆਂ ਨੂੰ ਨਹੀਂ। ਕੁਝ ਦੇਰ ਬਾਅਦ ਉਹਨਾਂ ਨੂੰ ਉਹ ਟਾਵਰ ਨਜ਼ਰ ਆਇਆ ਜਿੱਥੇ ਰਪੰਜ਼ਲ ਰਹਿੰਦੀ ਸੀ। ਫਿਰ ਉਹਨਾਂ ਨੇ ਰਪੰਜ਼ਲ ਦਾ ਗਾਣਾ ਸੁਣਿਆ।
ਕਿੰਨੀ ਮਿੱਠੀ ਆਵਾਜ਼ ਹੈ। ਟਾਵਰ ਦੇ ਨੇੜੇ ਪਹੁੰਚ ਕੇ ਰਾਜਕੁਮਾਰ ਨੇ ਉਹਦਾ ਗਾਣਾ ਸੁਣਿਆ ਤੇ ਕੁਝ ਦੇਰ ਤੱਕ ਉਹਦੀ ਸੁੰਦਰਤਾ ਨੂੰ ਨਿਹਾਰਦਾ ਰਿਹਾ। ਉਸੇ ਵੇਲੇ ਚੁੜੈਲ ਉੱਥੇ ਆਈ ਤੇ ਉਹਨੇ ਰਪੰਜ਼ਲ ਨੂੰ ਸੱਦਿਆ। ਰਪੰਜ਼ਲ, ਆਪਣੇ ਸੁਨਹਿਰੇ ਵਾਲ ਥੱਲੇ ਸੁੱਟ। ਚੁੜੈਲ ਦੀ ਆਵਾਜ਼ ਸੁਣ ਕੇ ਰਪੰਜ਼ਲ ਨੇ ਆਪਣੇ ਸੁਨਹਿਰੇ ਵਾਲ ਥੱਲੇ ਸੁੱਟੇ ਤੇ ਉਹ ਚੁੜੈਲ ਵਾਲਾਂ ਦੇ ਸਹਾਰੇ ਉੱਤੇ ਚੜ ਗਈ। ਅੱਛਾ, ਰਾਜਕੁਮਾਰ ਨੇ ਕੁਝ ਸਮਾਂ ਟਾਵਰ ਦੇ ਆਲੇ ਦੁਆਲੇ ਘੁੰਮਣ ਦਾ ਫੈਸਲਾ ਕੀਤਾ ਅਤੇ ਰਪੰਜ਼ਲ ਨੂੰ ਵੇਖਦਾ ਰਿਹਾ। ਚੁੜੈਲ ਰਪੰਜ਼ਲ ਦੇ ਵਾਲਾਂ ਦੇ ਸਹਾਰੇ ਹਰ ਸਵੇਰੇ ਥੱਲੇ ਆਂਦੀ ਅਤੇ ਰਾਤ ਨੂੰ ਉੱਤੇ ਚੜਦੀ। ਰਪੰਜ਼ਲ, ਆਪਣੇ ਸੁਨਹਿਰੇ ਵਾਲ ਥੱਲੇ ਸੁੱਟ। ਆਖਰ ਇੱਕ ਦਿਨ ਰਾਜਕੁਮਾਰ ਆਪਣੀ ਸਾਰੀ ਹਿੰਮਤ ਜੁਟਾ ਕੇ ਜਦੋਂ ਚੁੜੈਲ ਉੱਥੇ ਨਹੀਂ ਸੀ, ਟਾਵਰ ਦੇ ਕੋਲ ਗਿਆ ਅਤੇ ਪੁਕਾਰਿਆ, ਰਪੇਂਜ਼ਲ, ਰਪੇਂਜ਼ਲ। ਰਪੰਜ਼ਲ ਪਹਿਲੀ ਵਾਰ ਆਪਣੀ ਮਾਂ ਤੋਂ ਇਲਾਵਾ ਕਿਸੇ ਹੋਰ ਦੀ ਆਵਾਜ਼ ਸੁਣ ਰਹੀ ਸੀ। ਪਹਿਲਾਂ ਉਹ ਝਿਜਕ ਰਹੀ ਸੀ, ਪਰ ਬਾਅਦ ਵਿੱਚ ਉਹ ਉਤਸੁਕ ਸੀ ਇਹ ਦੇਖਣ ਲਈ ਕਿ ਕੌਣ ਹੋ ਸਕਦਾ ਹੈ। ਇਸ ਲਈ ਉਹਨੇ ਬਾਰੀ ਤੋਂ ਥੱਲੇ ਵੇਖਿਆ। ਉਹਨੇ ਵੇਖਿਆ ਕਿ ਇੱਕ ਨੌਜਵਾਨ ਮੁੰਡਾ ਥੱਲਿਓਂ ਉਹਦੇ ਵੱਲ ਵੇਖ ਰਿਹਾ ਸੀ। ਤੂੰ ਕੌਣ ਹੈ ਤੇ ਤੈਨੂੰ ਮੇਰੇ ਨਾਂ ਦਾ ਕਿਵੇਂ ਪਤਾ? ਮੈਂ ਇਸ ਰਾਜ ਦਾ ਰਾਜਕੁਮਾਰ ਹਾਂ। ਮੈਂ ਤੇਰੀ ਮਨਮੋਹਣੀ ਆਵਾਜ਼ ਸੁਣੀ ਤੇ ਮੈਂ ਤੈਨੂੰ ਮਿਲਣਾ ਚਾਹੁੰਦਾ ਹਾਂ। ਮੈਨੂੰ ਅਣਜਾਣ ਲੋਕਾਂ ਨਾਲ ਗੱਲ ਕਰਨ ਦੀ ਇਜਾਜ਼ਤ ਨਹੀਂ ਹੈ। ਤੈਨੂੰ ਮੇਰੇ ਕੋਲੋਂ ਕੋਈ ਖਤਰਾ ਨਹੀਂ। ਮੈਂ ਵਾਅਦਾ ਕਰਦਾ ਹਾਂ, ਕਿਰਪਾ ਕਰਕੇ ਥੱਲੇ ਆ ਤਾਂ ਕਿ ਅਸੀਂ ਗੱਲ ਕਰ ਸਕੀਏ। ਮੈਂ ਨਹੀਂ ਆ ਸਕਦੀ, ਇੱਥੇ ਪੌੜੀਆਂ ਨਹੀਂ ਨੇ। ਉਸੇ ਵੇਲੇ ਰਪੰਜ਼ਲ ਨੇ ਚੁੜੈਲ ਮਾਂ ਨੂੰ ਆਂਦੇ ਵੇਖਿਆ। ਛੇਤੀ ਚਲੇ ਜਾਓ ਇੱਥੋਂ, ਨਹੀਂ ਤਾਂ ਮੇਰੀ ਮਾਂ ਤੁਹਾਨੂੰ ਵੇਖ ਲਵੇਗੀ। ਰਾਜਕੁਮਾਰ ਫਟਾਫਟ ਪੇੜ ਦੇ ਪਿੱਛੇ ਲੁਕ ਗਿਆ। ਟਾਵਰ ਦੇ ਕੋਲ ਪਹੁੰਚ ਕੇ ਚੁੜੈਲ ਨੇ ਪੁਕਾਰਿਆ ਤੇ ਰਪੰਜ਼ਲ ਦੇ ਵਾਲਾਂ ਦੇ ਸਹਾਰੇ ਉੱਤੇ ਚੜ ਗਈ। ਰਾਜਕੁਮਾਰ ਰੋਜ਼ ਆਣ ਲੱਗਿਆ। ਹੁਣ ਉਹ ਦੋਸਤ ਬਣ ਗਏ ਸੀ। ਹੁਣ ਤੱਕ ਉਹ ਜਾਣ ਚੁੱਕੀ ਸੀ ਕਿ ਉਹਨੂੰ ਰਾਜਕੁਮਾਰ ਤੋਂ ਕੋਈ ਖਤਰਾ ਨਹੀਂ, ਇਸ ਲਈ ਉਹਨੇ ਆਪਣੇ ਵਾਲ ਥੱਲੇ ਸੁੱਟੇ। ਰਾਜਕੁਮਾਰ ਉਹਦੇ ਵਾਲਾਂ ਦੇ ਸਹਾਰੇ ਸਹਾਰੇ ਉੱਤੇ ਚੜ ਗਿਆ। ਰਪੰਜ਼ਲ ਬਹੁਤ ਖੁਸ਼ ਸੀ। ਉਹਨੇ ਪਹਿਲਾਂ ਕਦੇ ਕੋਈ ਆਦਮੀ ਨਹੀਂ ਵੇਖਿਆ ਸੀ ਅਤੇ ਅੱਜ ਰਾਜਕੁਮਾਰ ਉਹਦੇ ਸਾਹਮਣੇ ਖੜਾ ਸੀ। ਤੇਰੀ ਮਾਂ ਨੇ ਤੈਨੂੰ ਇਸ ਟਾਵਰ ਵਿੱਚ ਬੰਦ ਕਰਕੇ ਕਿਉਂ ਰੱਖਿਆ ਹੈ? ਮਾਂ ਮੈਨੂੰ ਕਹਿੰਦੀ ਹੈ ਕਿ ਇਹ ਦੁਨੀਆ ਬੁਰਾਈ ਨਾਲ ਭਰੀ ਹੋਈ ਹੈ। ਉਹ ਮੇਰੀ ਰੱਖਿਆ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਤੇ ਹੱਸਣ ਵਾਲੀ ਗੱਲ ਹੈ। ਭਲਾ ਕਦੀ ਕੋਈ ਮਾਂ ਵੀ ਆਪਣੀ ਧੀ ਨੂੰ ਅਜਿਹੀ ਥਾਂ ਤੇ ਬੰਦੀ ਬਣਾ ਕੇ ਰੱਖੇਗੀ? ਹਾਂ, ਇਹ ਸੱਚ ਹੈ ਕਿ ਦੁਨੀਆ ਵਿੱਚ ਬੁਰਾਈ ਹੈ, ਪਰ ਫਿਰ ਵੀ ਸੁੰਦਰਤਾ ਵੀ ਤਾਂ ਕੋਈ ਚੀਜ਼ ਹੈ ਨਾ। ਰਪੰਜ਼ਲ ਇਹ ਵੇਖਣ ਦੇ ਲਈ ਉਤਸੁਕ ਸੀ ਕਿ ਕੀ ਰਾਜਕੁਮਾਰ ਜੋ ਕਹਿ ਰਿਹਾ ਉਹ ਸੱਚ ਹੈ, ਅਤੇ ਉਹ ਵੀ ਬਾਹਰ ਦੀ ਦੁਨੀਆ ਨੂੰ ਵੇਖਣਾ ਤੇ ਜਾਣਨਾ ਚਾਹੁੰਦੀ ਸੀ। ਆਖਰਕਾਰ ਉਹਨਾਂ ਨੇ ਆਪਣਾ ਮਨ ਬਣਾ ਲਿਆ ਤੇ ਇਕੱਠੇ ਭੱਜਣ ਦਾ ਫੈਸਲਾ ਕੀਤਾ। ਉਸ ਰਾਤ ਜਦੋਂ ਚੁੜੈਲ ਟਾਵਰ ਤੇ ਪਹੁੰਚੀ, ਉਹਨੇ ਰਪੰਜ਼ਲ ਦੇ ਵਾਲ ਥੱਲੇ ਸੁੱਟੇ ਹੋਏ ਵੇਖੇ। ਰਪੰਜ਼ਲ ਨੇ ਮੈਨੂੰ ਆਂਦੇ ਹੋਏ ਵੇਖ ਲਿਆ, ਸ਼ਾਇਦ ਇਸੇ ਕਰਕੇ ਵਾਲ ਥੱਲੇ ਸੁੱਟੇ ਨੇ। ਟਾਵਰ ਚੜਨ ਤੋਂ ਬਾਅਦ ਉਹਨੇ ਵੇਖਿਆ ਕਿ ਰਪੰਜ਼ਲ ਦੇ ਵਾਲ ਕੱਟ ਕੇ ਬਾਰੀ ਦੇ ਨਾਲ ਬੰਨੇ ਹੋਏ ਸੀ ਤੇ ਰਪੰਜ਼ਲ ਕਿਧਰੇ ਵੀ ਨਹੀਂ ਸੀ। ਉਸੇ ਪਲ ਉਹਨੂੰ ਅਹਿਸਾਸ ਹੋਇਆ ਕਿ ਰਪੰਜ਼ਲ ਭੱਜ ਗਈ ਹੈ। ਰਪੰਜ਼ਲ ਨੇ ਆਪਣੇ ਵਾਲ ਕੱਟ ਕੇ ਬਾਰੀ ਨਾਲ ਬੰਨ੍ਹ ਦਿੱਤੇ ਸੀ ਤੇ ਉਸੇ ਦੇ ਸਹਾਰੇ ਉਹ ਤੇ ਰਾਜਕੁਮਾਰ ਟਾਵਰ ਤੋਂ ਥੱਲੇ ਉਤਰੇ ਸੀ। ਰਪੰਜ਼ਲ, ਰਪੰਜ਼ਲ, ਤੂੰ ਮੈਨੂੰ ਧੋਖਾ ਦੇਣ ਦੀ ਹਿੰਮਤ ਕਿਵੇਂ ਕੀਤੀ? ਇਸੇ ਦਰਮਿਆਨ ਰਪੰਜ਼ਲ ਤੇ ਰਾਜਕੁਮਾਰ ਉਸ ਜਾਦੂਈ ਜੰਗਲ ਤੋਂ ਬਾਹਰ ਆਏ। ਜੰਗਲ ਜਾਦੂਈ ਹੋਣ ਦੀ ਕਹਾਣੀ ਚੁੜੈਲ ਦੀ ਬਣਾਈ ਹੋਈ ਸੀ। ਉਹ ਨਹੀਂ ਚਾਹੁੰਦੀ ਸੀ ਕਿ ਕੋਈ ਉੱਥੇ ਆ ਕੇ ਰਪੰਜ਼ਲ ਨੂੰ ਵੇਖੇ। ਰਪੰਜ਼ਲ ਤੇ ਰਾਜਕੁਮਾਰ ਆਖਰਕਾਰ ਮਹਿਲ ਵਿੱਚ ਪਹੁੰਚੇ। ਰਪੰਜ਼ਲ ਦੇ ਨਾਲ ਰਾਜਕੁਮਾਰ ਰਾਜਾ ਤੇ ਰਾਣੀ ਦੇ ਸਾਹਮਣੇ ਗਿਆ ਤੇ ਵੇਖਿਆ ਕਿ ਰਾਜਾ ਇੱਕਦਮ ਸਿਹਤਮੰਦ ਉਹਦੇ ਸਾਹਮਣੇ ਖੜੇ ਸੀ। ਪਿਤਾ ਜੀ, ਤੁਸੀਂ ਬਿਲਕੁਲ ਤੰਦਰੁਸਤ ਹੋ ਗਏ ਹੋ। ਇਹ ਕਿਵੇਂ ਹੋਇਆ? ਇੱਕ ਜੜੀ ਬੂਟੀ ਨੇ ਤੇਰੇ ਪਿਤਾ ਜੀ ਨੂੰ ਸਿਹਤਮੰਦ ਕੀਤਾ ਮੇਰੇ ਪੁੱਤਰ।
ਕੀ ਕਹਿੰਦੇ ਨੇ ਉਸ ਨੂੰ ਰਪੰਜ਼ਲ। ਰਪੰਜ਼ਲ? ਰਾਜਕੁਮਾਰ ਨੇ ਉਹਨਾਂ ਨੂੰ ਸਭ ਦੱਸਿਆ ਜੋ ਵੀ ਉਹਦੇ ਨਾਲ ਹੋਇਆ ਸੀ। ਰਾਜਾ ਨੇ ਦੱਸਿਆ ਕਿ ਇੱਕ ਬੁੱਢੇ ਜਨਾਨੀ ਆਦਮੀ ਨੇ ਉਹਨਾਂ ਨੂੰ ਉਹ ਜੜੀ ਬੂਟੀ ਦਿੱਤੀ ਸੀ ਤੇ ਉਹਨਾਂ ਨੂੰ ਬੁਰੀ ਚੁੜੈਲ ਦੀ ਕਹਾਣੀ ਵੀ ਸੁਣਾਈ ਕਿ ਕਿਵੇਂ ਉਹ ਉਹਨਾਂ ਦੀ ਬੇਟੀ ਨੂੰ ਪੈਦਾ ਹੁੰਦੇ ਹੀ ਲੈ ਗਈ ਸੀ। ਰਾਜਕੁਮਾਰ ਤੇ ਰਪੰਜ਼ਲ ਉਸ ਬੁੱਢੇ ਜਨਾਨੀ ਆਦਮੀ ਦੇ ਘਰ ਗਏ। ਜਿਵੇਂ ਹੀ ਉਸ ਜਨਾਨੀ ਨੇ ਸੁਨਹਿਰੇ ਵਾਲਾਂ ਵਾਲੀ ਕੁੜੀ ਨੂੰ ਵੇਖਿਆ, ਉਹਨੇ ਪਛਾਣ ਲਿਆ ਕਿ ਉਹ ਉਹਨਾਂ ਦੀ ਹੀ ਧੀ ਰਪੰਜ਼ਲ ਹੈ, ਜਿਸ ਨੂੰ ਚੁੜੈਲ ਉਹਨਾਂ ਦੇ ਕੋਲੋਂ ਖੋ ਕੇ ਲੈ ਗਈ ਸੀ। ਮੇਰੀ ਧੀ, ਮੇਰੀ ਬੱਚੀ, ਆਖਰ ਤੂੰ ਮੈਨੂੰ ਮਿਲ ਹੀ ਗਈ। ਪੂਰੀ ਕਹਾਣੀ ਸੁਣ ਕੇ ਰਪੰਜ਼ਲ ਸਮਝ ਗਈ ਕਿ ਇਹ ਉਸਦੇ ਹੀ ਮਾਪਿਓ ਹਨ। ਉਹ ਉਹਨਾਂ ਦੀ ਗੱਲ ਜਾ ਲੱਗੀ। ਰਾਜਕੁਮਾਰ ਤੇ ਰਪੰਜ਼ਲ ਦਾ ਵਿਆਹ ਹੋਇਆ ਤੇ ਉਹ ਖੁਸ਼ੀ-ਖੁਸ਼ੀ ਰਹਿਣ ਲੱਗੇ। ਤਾਂ ਟਾਵਰ ਵਿੱਚ ਫਸੀ ਚੁੜੈਲ ਦੇ ਨਾਲ ਕੀ ਹੋਇਆ? ਰਾਜਾ ਨੇ ਚੁੜੈਲ ਨੂੰ ਫੜਿਆ ਤੇ ਉਸੇ ਟਾਵਰ ਵਿੱਚ ਕੈਦ ਕਰ ਦਿੱਤਾ ਤੇ ਟਾਵਰ ਦੇ ਥੱਲੇ ਸੈਨਿਕ ਤੈਨਾਤ ਕਰ ਦਿੱਤੇ ਤਾਂ ਜੋ ਚੁੜੈਲ ਉੱਥੋਂ ਭੱਜ ਨਾ ਸਕੇ। ਚੁੜੈਲ ਦੇ ਨਾਲ ਹੀ ਉਹਦੇ ਗਹਿਰੇ ਜਾਦੂਈ ਰਹੱਸ ਵੀ ਗਾਇਬ ਹੋ ਗਏ।